ਸਤਿ ਸ਼੍ਰੀ ਅਕਾਲ। ਅੱਜ ਦੇ ਸ਼ਨੀਵਾਰ ਦੇ 21 Days to Happiness ਦੇ ਇਸ ਲਾਈਵ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਇਸ ਲਾਈਵ ਨੂੰ ਲਾਈਵ ਜੁਆਇਨ ਕਰ ਰਹੇ ਹੋ ਜਾਂ ਤੁਸੀਂ ਇਸ ਨੂੰ ਲੇਟਰ ਔਨ ਰਿਕਾਰਡਡ ਦੇਖ ਰਹੇ ਹੋ। ਜਿਵੇਂ ਵੀ ਤੁਸੀਂ ਇਹਨੂੰ ਦੇਖ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਅੱਜ ਦਾ ਲਾਈਵ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਜਨਮ ਦਿਨ ਦੀਆਂ ਮੁਬਾਰਕਾਂ ਦੇ ਨਾਲ। ਅੱਜ ਸਾਡੇ ਜਿਹੜੇ 21 Days to Happiness ਦੇ ਸੋਸ਼ਲ ਮੀਡੀਆ ਮੈਨੇਜਰ ਨੇ ਹਰਿੰਦਰ, ਉਹਨਾਂ ਦਾ ਜਨਮ ਦਿਨ ਹੈ। ਸੋ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ। ਪਰਮਾਤਮਾ ਕਰੇ ਇਹ ਜਨਮ ਦਿਨ ਜਿਹੜਾ ਤੁਹਾਡਾ ਹੈਗਾ ਨਾ, ਦਿਸ ਬਿਕਮਸ ਅ ਹਾਲਮਾਰਕ ਇਨ ਯੂਰ ਲਾਈਫ ਐਂਡ ਯੂ ਨੋ ਕਿ ਤੁਸੀਂ ਆਪਾਂ ਹਮੇਸ਼ਾ ਹਰ ਇੱਕ ਚੀਜ਼ ਇੱਕ ਸਮੇਂ ਨਾਲ ਜੋੜ ਕੇ ਦੇਖਦੇ ਹੁੰਦੇ ਹਾਂ। ਸੋ ਇਹ ਮੁਕਾਮ ਅਜਿਹਾ ਬਣ ਜਾਵੇ ਕਿ ਤੁਸੀਂ ਇਹ ਸੋਚੋ ਕਿ ਇਹ ਤੋਂ ਪਹਿਲਾਂ ਇਹੋ ਜਿਹਾ ਸੀ ਅਤੇ ਇਹ ਤੋਂ ਬਾਅਦ ਵਿੱਚ ਇਵੇਂ ਦਾ, ਅਤੇ ਉਹ ਸਾਰਾ ਕੁਛ ਵਧੀਆ ਹੀ ਹੋਵੇ, ਹੋਰ ਵਧੀਆ ਹੋਵੇ ਔਰ ਬੇਹੱਦ ਵਧੀਆ ਹੋਵੇ। ਸੋ ਇੱਕ ਵਾਰੀ ਫਿਰ ਤੋਂ ਬੇਹੱਦ ਮੁਬਾਰਕਬਾਦ ਜਨਮ ਦਿਨ ਦੀ, ਕਿ ਇਹ ਜਨਮ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ। ਅਤੇ ਲਾਈਵ ਜੁਆਇਨ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਲਾਈਵ ਦੇ ਵਿੱਚ ਜੁਆਇਨ ਕਰ ਚੁੱਕੇ ਹੋਏ ਨੇ ਜਸ ਸੰਧੂ ਅਤੇ ਨਾਲ ਹਰਿੰਦਰ ਹੁਣੀ ਵੀ। ਅਤੇ ਆਪਾਂ ਅੱਜ ਦਾ ਜਿਹੜਾ ਟੋਪਿਕ ਹੈਗਾ, ਯੂ ਵੈਲਕਮ ਹਰਿੰਦਰ, ਯੂ ਵੈਰੀ ਵੈਲਕਮ, ਮਾਈ ਪਲੇਜ਼ਰ। ਅਤੇ ਅੱਜ ਦਾ ਟੋਪਿਕ ਨਾ ਜਨਮ ਦਿਨ ਦੇ ਨਾਲ ਵੀ ਕਾਫੀ ਹੱਦ ਤੱਕ ਢੁਕਦਾ ਹੈ। ਪਤਾ ਕਿਵੇਂ? ਟੋਪਿਕ ਹੈਗਾ ਆ ਕਿ ਜਿਹੜੀ ਸੈਲਫ ਕੇਅਰ ਹੈਗੀ ਹੈ ਜਾਂ ਸੈਲਫ ਐਸਟੀਮ ਹੈ, ਉਹ ਸੈਲਫ ਐਸਟੀਮ ਤਾਂ ਈਗੋ 'ਚ ਕੀ ਫਰਕ ਹੈ, ਜਾਂ ਫਿਰ ਸੈਲਫ ਕੇਅਰ ਤਾਂ ਸੈਲਫਿਸ਼ ਹੋਣ 'ਚ ਕੀ ਫਰਕ ਹੈ? ਇੱਦਾਂ ਹੈ ਕਿ ਜਿਵੇਂ ਅੱਜ ਹੁਣ ਆਪਾਂ ਕਹੀਏ ਹਰਿੰਦਰ ਦਾ ਜਨਮ ਦਿਨ ਹੈ, ਜੇ ਉਹ ਜਿਹੜੀ ਚੀਜ਼ ਉਹਨੂੰ ਪਸੰਦ ਕਰਦੀ ਪਈ ਹੈ ਉਹ ਕਰਨ ਦੀ ਬਜਾਏ ਬਾਕੀਆਂ ਨੂੰ ਖੁਸ਼ ਕਰਨ 'ਤੇ ਲੱਗੀ ਰਹੇ, ਨਾ ਤਾਂ ਉਹ ਸੈਲਫ ਕੇਅਰ ਹੈ, ਉਹ ਤਾਂ ਆਪਣੇ ਆਪ ਨੂੰ ਕਿਤੇ ਕਿਸੇ ਪਾਸੇ ਰੱਖਣਾ ਵੀ ਨਹੀਂ। ਪਰ ਹਾਂ, ਜੇ ਉਹ ਇਹ ਕਵੇ ਕਿ ਉਹਨੇ ਨਾ ਵਰਲਡ ਡੋਮੀਨੇਸ਼ਨ ਕਰਨੀ ਹੈ ਉਹਦੇ ਬਰਥਡੇ ਵਾਲੇ ਦਿਨ, ਅਤੇ ਇਸ ਵਾਸਤੇ ਉਹਨੇ ਸਾਰੀ ਦੁਨੀਆ ਦੇ ਉੱਤੇ ਕਾਬੂ ਕਰਨਾ, ਉਹ ਅਸੀਂ ਥੋੜ੍ਹਾ ਸੋਚਾਂਗੇ ਫਿਰ ਉਹਦਾ ਕੀ ਕਰਨਾ ਹੈਗਾ। ਪਰ ਸੈਲਫਿਸ਼ ਉਹ ਵੀ ਨਹੀਂ ਹੋਣਾ, ਉਹ ਤਾਂ ਜਸਟ ਜੋਕ ਹੋ ਜਾਊਗਾ। ਐਨੀਵੇਜ਼, ਸੈਲਫਿਸ਼ ਕੁਛ ਵੀ ਉਦੋਂ ਹੁੰਦਾ ਜਦੋਂ ਅਸੀਂ ਆਪਣੇ ਤੋਂ ਅੱਗੇ ਕਿਸੇ ਹੋਰ ਨੂੰ ਦੇਖਦੇ ਨਹੀਂ, ਆਪਣੇ ਸਵੈ ਤੋਂ ਅੱਗੇ। ਇੱਕ ਤਾਂ ਹੁੰਦਾ ਸਵੈ, ਜਦੋਂ ਸਾਨੂੰ ਆਪਣੇ ਹੋਣ ਦੀ ਪਹਿਚਾਣ ਹੈ, ਅਤੇ ਇੱਕ ਹੁੰਦਾ ਜਦੋਂ ਅਸੀਂ ਆਪਣੇ ਆਪ ਤੋਂ ਅੱਗੇ ਕਿਸੇ ਨੂੰ ਦੇਖਦੇ ਨਹੀਂ। ਸਾਨੂੰ ਇਹ ਕਿ ਮੇਰਾ ਢਿੱਡ ਭਰੇ, ਬਾਕੀ ਭਾਵੇਂ ਜਿੱਥੇ ਮਰਜ਼ੀ ਜਾਣ। ਜਿਹੜੀ ਇਹ ਚੀਜ਼ ਹੁੰਦੀ ਹੈ, ਇਹ ਤਾਂ ਫਿਰ ਕੰਪਲੀਟਲੀ ਸੈਲਫਿਸ਼ਨੈਸ ਹੈ। ਅਤੇ ਜਿੱਥੇ ਸੈਲਫਿਸ਼ਨੈਸ ਹੁੰਦੀ ਹੈ ਉੱਥੇ ਸੈਲਫ ਕੇਅਰ ਫਿਰ ਉਸ ਤਰੀਕੇ ਨਾਲ ਆਉਂਦੀ ਨਹੀਂ, ਕਿਉਂਕਿ ਤੁਸੀਂ ਇਹ ਟਰਾਈ ਕਰਦੇ ਹੋ ਕਿ ਹਰ ਇੱਕ ਚੀਜ਼ ਫਿਰ ਬਸ ਮੈਨੂੰ ਮਿਲ ਜਾਵੇ, ਗੜੱਪੂ ਹੋ ਜਾਵੇ। ਉਹ ਕਰਨਾ ਦੈਟਸ ਰੀਅਲੀ ਨਾਟ ਗੁੱਡ। ਕਿਉਂ ਕਰਦੇ ਹਾਂ, ਇਸ ਬਾਰੇ ਆਪਾਂ ਹੁਣ ਗੱਲ ਕਰ ਲੈਂਦੇ ਹਾਂ। ਕਿਉਂ ਕਰਦੇ ਹੁੰਦੇ ਹਾਂ? ਉਹ ਇਸ ਵਾਸਤੇ ਆਪਾਂ ਕਰ ਦਿੰਦੇ ਹਾਂ ਜਦੋਂ ਸਾਨੂੰ ਆਪਣੇ ਆਪ ਦੀ ਪੂਰੀ ਪਹਿਚਾਣ ਨਹੀਂ ਹੁੰਦੀ। ਅਤੇ ਜਨਮ ਦਿਨ ਤੋਂ ਵਧੀਆ ਦਿਨ ਆਪਣੇ ਆਪ ਦੀ ਪਹਿਚਾਣ ਵਾਸਤੇ ਜਾਂ ਆਪਣੀ ਸਵੈ ਪੜਚੋਲ ਲਈ ਕਿਹੜਾ ਹੋਊਗਾ? ਸੋ ਅੱਜ ਦੀ ਆਪਾਂ ਜਿੰਨੀ ਵੀ ਗੱਲਬਾਤ ਕਰਨੀ ਹੈ ਨਾ, ਮੈਂ ਇਸ ਤਰੀਕੇ ਨਾਲ ਬਰਥਡੇ ਦੇ ਨਾਲ ਨਾਲ ਗੱਲ ਕਰਨੀ ਹੈ, ਤਾਂ ਕਿ ਹੁਣ ਤੋਂ ਬਾਅਦ ਤੁਹਾਡੇ ਵਿੱਚੋਂ ਜਿਹਦਾ ਵੀ ਬਰਥਡੇ ਆ ਰਿਹਾ ਹੈ, ਅੱਜ ਤੱਕ ਹੈ ਹਰਿੰਦਰ ਦਾ ਹੀ ਸਾਰਾ ਕੁਛ ਕਰ ਹੀ ਰਹੀ ਹੈ, ਮੈਨੂੰ ਪਤਾ ਹੈ ਆਲਰੇਡੀ, ਪਰ ਹੁਣ ਤੋਂ ਬਾਅਦ ਤੁਹਾਡੇ ਤੋਂ ਜਿਹਦਾ ਵੀ ਬਰਥਡੇ ਆ ਰਿਹਾ ਹੈ, ਇਹ ਯਾਦ ਰੱਖਣਾ ਹੈ ਕਿ ਇਹ ਚੀਜ਼ਾਂ ਤੁਸੀਂ ਵੀ ਆਪਣੇ ਬਰਥਡੇ 'ਤੇ ਜ਼ਰੂਰ ਕਰਨੀਆਂ ਨੇ। ਅਤੇ ਸਾਡੇ ਕੋਲ ਮੈਸੇਜ ਵੀ ਆਉਣੇ ਸ਼ੁਰੂ ਹੋ ਚੁੱਕੇ ਨੇ ਹਰਿੰਦਰ ਦੇ ਬਰਥਡੇ ਦੇ। ਦੈਟ ਇਜ਼ ਅਮੇਜ਼ਿੰਗ, ਆਈ ਐਮ ਰੀਅਲੀ ਹੈਪੀ। ਪਲੀਜ਼ everybody wish her a very happy birthday. Let's send her so many wishes ਕਿ ਇਹਨਾਂ ਦਾ ਹਰ ਦਿਨ ਹਰ ਪਲ ਬੇਹੱਦ ਖੂਬਸੂਰਤ ਹੋਵੇ। ਅਤੇ ਮੇਰੀ ਇਹ ਦੁਆ ਤੁਹਾਡੇ ਸਭ ਦੇ ਵਾਸਤੇ ਵੀ ਹੈਗੀ ਹੈ। ਅਤੇ ਰਾਈਟ ਨਾਓ ਆਪਾਂ ਗੱਲ ਕਰਦੇ ਪਏ ਹਾਂ ਸੈਲਫ ਕੇਅਰ, ਸੈਲਫ ਐਸਟੀਮ ਐਂਡ ਸੈਲਫ ਅਵੇਅਰਨੈਸ ਜਾਂ ਇੰਟਰੋਸਪੈਕਸ਼ਨ। ਅਤੇ ਇਹ ਸਾਰਾ ਕੁਛ ਈਗੋ ਦੇ ਵਿੱਚ ਕਿੱਥੇ ਕੁ ਆਉਂਦਾ ਹੈ, ਥੋੜ੍ਹੀ ਇਹ ਵੀ ਗੱਲ ਕਰ ਲਵਾਂਗੇ। ਅਤੇ ਬਾਕੀ ਇਹ ਸਾਰੇ ਕੁਛ ਦੀ ਆਪਾਂ ਸੈਲਫ ਅਵੇਅਰਨੈਸ ਦੇ ਵਿੱਚ, ਹਰ ਗੱਲ 'ਚ ਸੈਲਫ ਕਾਫੀ ਆ ਰਿਹਾ ਹੈ। ਅਸੀਂ ਗੱਲ ਕਰਦੇ ਪਏ ਹਾਂ ਸੈਲਫ ਐਸਟੀਮ, ਸੈਲਫ ਕੇਅਰ, ਸੈਲਫ ਅਵੇਅਰਨੈਸ। ਅਤੇ ਇਹ ਸਾਰਾ ਕੁਛ ਬਰਥਡੇ ਤੋਂ ਵਧੀਆ ਦਿਨ ਕਿਹੜਾ ਹੋਊਗਾ ਆਪਣੇ ਆਪ ਨੂੰ ਜਾਣਨ ਦਾ? ਸੋ ਬਰਥਡੇ ਦਿਨ ਹੁੰਦਾ ਹੈ ਜਿਸ ਦਿਨ ਆਪਾਂ, ਇੱਕ ਵਾਰੀ ਮੈਂ ਪੜ੍ਹਿਆ ਸੀ, ਕਿਸੇ ਨੇ ਲਿਖਿਆ ਹੋਇਆ ਸੀ ਕਿ 1 ਸਾਲ ਹੋਰ ਘੱਟ ਗਿਆ। 1 ਸਾਲ ਹੋਰ ਘੱਟ ਗਿਆ ਤਾਂ ਆਪਾਂ ਤਾਂ ਕਹੀਏ ਜੇ ਵਾਹਿਗੁਰੂ ਨੇ ਆਪਾਂ ਨੂੰ ਅਸ਼ਾਮ ਤੇ ਲਿਖ ਕੇ ਦਿੱਤਾ ਹੋਇਆ ਕਿ ਓਕੇ
ਬੰਦਿਆ ਜਾ, ਤੇਰੇ ਕੋਲ 100 ਸਾਲ ਆ, ਫਿਰ ਤਾਂ ਆਪਾਂ ਕਹਿ ਦਾਂਗੇ। ਮੈਂ ਕਹਿੰਦੀ ਹਾਂ ਸ਼ੁਕਰ ਹੈ ਇੱਕ ਹੋਰ ਸਾਲ ਦੇਖਣ ਨੂੰ ਮਿਲ ਗਿਆ, ਅਦਰਵਾਈਜ਼ ਆਪਾਂ ਨੂੰ ਪਤਾ ਆਪਣੇ ਕੋਲ ਇਹ ਸਮਾਂ ਆਉਣਾ ਹੈਗਾ, ਕਿਸੇ ਨੂੰ ਨਹੀਂ ਆਪਾਂ ਨੂੰ ਪਤਾ। ਪਰ ਜੇ ਆਪਣੇ ਕੋਲ ਸਮਾਂ ਆ ਗਿਆ ਹੋਇਆ ਤਾਂ ਆਈ ਥਿੰਕ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ ਕਿ ਥੈਂਕ ਯੂ ਬਾਬਾ ਜੀ, ਤੁਸੀਂ ਸਾਨੂੰ ਇੱਕ ਵਾਰੀ ਫਿਰ ਇੱਕ ਹੋਰ ਮੁਬਾਰਕ ਵਾਲਾ ਸਮਾਂ ਦਿਖਾਇਆ, ਇੱਕ ਧਰਤੀ ਦੇ ਦੁਆਲੇ ਆਪਾਂ ਚੱਕਰ ਇੱਕ ਹੋਰ ਕਰ ਲਿਆ। ਇਜ਼ਨਟ ਇਟ? ਆਈ ਥਿੰਕ ਦੈਟ ਇਜ਼ ਦਾ ਵੇ। ਬਾਕੀ ਜਦੋਂ ਜਨਮ ਦਿਨ ਆ ਗਿਆ ਉਦੋਂ ਆਪਣੇ ਕੋਲ ਕਰਨ ਲਈ ਬਹੁਤ ਸਾਰਾ ਕੁਛ ਹੈ, ਕਿਉਂਕਿ ਆਪਾਂ ਇਹ ਦੇਖਣਾ, ਮੈਂ ਨਵੇਂ ਸਾਲ ਤੇ ਰੈਜ਼ੋਲੂਸ਼ਨਸ ਦੇ ਵਿੱਚ ਇੰਨਾ ਯਕੀਨ ਨਹੀਂ ਕਰਦੀ। ਵੈਸੇ ਤਾਂ ਇਦਾਂ ਹੁੰਦਾ ਰੈਜ਼ੋਲੂਸ਼ਨ ਤਾਂ ਆਪਾਂ ਜਿੱਦਣ ਵੀ ਕਰਨੇ ਹੁਣ ਉਦਣ ਕਰ ਸਕਦੇ ਹੁੰਦੇ ਆ, ਪਰ ਜੇ ਕੋਈ ਐਸੀ ਚੀਜ਼ ਹੈ ਜਿਹੜੀ ਅਸੀਂ ਆਪਣੇ ਆਪ ਵਾਸਤੇ ਕਰਨਾ ਚਾਹੁੰਦੇ ਆ, ਆਪਣੇ ਆਪ ਨੂੰ ਵਧੀਆ ਬਣਾਉਣ ਲਈ ਕਰਨਾ ਚਾਹੁੰਦੇ ਆ, ਤਾਂ ਉਹ ਫਿਰ ਵੈਸੇ ਤਾਂ ਹਰ ਇੱਕ ਦਿਨ ਵਧੀਆ ਹੁੰਦਾ। ਪਰ ਇਫ ਯੂ ਰੀਅਲਾਈਜ਼ ਦੈਟ ਸਮਥਿੰਗ ਅਰਾਊਂਡ ਯੋਰ ਬਰਥਡੇ, ਦੈਨ ਇਟ ਬਿਕਮਸ ਯੋਰ ਰਿਸਪੋਂਸਿਬਿਲਿਟੀ। ਫਿਰ ਆਪਣੇ ਜਨਮ ਦਿਨ ਤੋਂ ਲੈ ਕੇ ਅਗਲੇ ਜਨਮ ਦਿਨ ਤੱਕ ਤੁਸੀਂ ਉਹ ਸਾਰਾ ਕੁਛ ਨਾ ਸਿਰਫ ਵਧੀਆ ਤਰੀਕੇ ਨਾਲ ਕਰਨਾ ਆ, ਸਗੋਂ ਤੁਸੀਂ ਜਨਮ ਦਿਨ ਤੇ ਆਏ ਤੇ ਫਿਰ ਆਪਣੇ ਆਪ ਨੂੰ ਕੁਐਸਚਨ ਵੀ ਕਰਨਾ ਹੈ ਕਿ ਕੀ ਜੋ ਕੁਛ ਵੀ ਮੈਂ ਕਰਨਾ ਚਾਹੁੰਦੀ ਸੀ ਜਾਂ ਕਰਨਾ ਚਾਹੁੰਦਾ ਸੀ ਮੈਂ ਉਹ ਕੀਤਾ ਆ। ਜੇ ਆਪਾਂ ਹਰ ਸਾਲ ਇਹ ਕੰਮ ਸ਼ੁਰੂ ਕਰ ਦਾਂਗੇ, can you imagine what kind of an amazing person you can be? ਹਾਲੇ ਆਪਾਂ ਸਿਰਫ ਤਾਂ ਸਿਰਫ ਗੱਲ ਕਰਦੇ ਪਏ ਆ ਇੱਕ ਆਦਤ ਬਦਲਣ ਦੀ ਜਾਂ 2 ਆਦਤਾਂ ਬਦਲਣ ਦੀ, ਸਾਲ 'ਚ 12 ਆਦਤਾਂ ਬਦਲਣ ਦੀ, ਜਾਂ ਫਿਰ ਹਰ 21 ਦਿਨ ਵਰਤ ਕੇ 17 ਆਦਤਾਂ ਬਦਲਣ ਦੀ। ਔਖਾ ਕੰਮ ਹੋ ਜਾਂਦਾ, ਮੈਨੂੰ ਪਤਾ ਹੈ, ਆਈ ਅੰਡਰਸਟੈਂਡ ਦੈਟ। ਦੈਟਸ ਦ ਰੀਜ਼ਨ, ਦੈਟਸ ਵੇਅਰ 21 days to happiness will help you ਅਗਰ ਤੁਹਾਨੂੰ ਮੁਸ਼ਕਿਲ ਆ ਰਹੀ ਹੈ ਆਪਣੀਆਂ ਆਦਤਾਂ ਬਦਲਣ ਦੇ ਵਿੱਚ। ਆਪਾਂ ਇੱਥੇ ਤੁਹਾਡੇ ਲਈ ਸਾਰਾ ਕੁਛ ਹੀ ਕਰਦੇ ਆ, ਤੁਹਾਨੂੰ ਹਰ ਇੱਕ ਹੈਲਪ ਜਿਹੜੀ ਵੀ ਚਾਹੀਦੀ ਹੈ ਵੀ ਪ੍ਰੋਵਾਈਡ ਯੂ ਵਿਦ ਦੈਟ। ਸੋ ਹੁਣ ਅੱਜ ਤੇ ਹੈਗਾ ਹਰਿੰਦਰ ਦਾ ਬਰਥਡੇ, ਤੇ ਹੁਣ ਆਨਵਰਡਸ ਇਹ ਯਾਦ ਰੱਖਣਾ ਹੈ ਕਿ ਜਦੋਂ ਜਨਮ ਦਿਨ ਆਉਣਾ ਆ ਉਦੋਂ ਨਾ ਸਿਰਫ ਆਪਣੇ ਆਪ ਵਾਸਤੇ ਪਰ ਆਪਣੇ ਬੱਚਿਆਂ ਨੂੰ ਵੀ ਇਹੀ ਗੱਲ ਸਿਖਾਉਣੀ ਹੈ ਕਿ ਦਿਸ ਇਜ਼ ਦ ਟਾਈਮ ਵਨ ਵੀ ਕੈਨ ਆਸਕ ਆਰਸੈਲਵਸ ਦਾ ਕੁਐਸਚਨ। ਜਦੋਂ ਅਸੀਂ ਆਪਣੇ ਆਪ ਨੂੰ ਆਪਣੇ ਆਪ ਦੇ ਵਾਸਤੇ ਅਕਾਊਂਟੇਬਲ ਠਹਿਰਾਉਂਦੇ ਹਾਂ। ਜੇ ਅਸੀਂ ਆਪਣੇ ਆਪ ਨੂੰ ਸਵਾਲ ਨਹੀਂ ਪੁੱਛਾਂਗੇ ਤਾਂ ਫਿਰ ਕੌਣ ਪੁੱਛੇਗਾ? ਬਹੁਤ ਘੱਟ ਲੋਕੀ ਹੁੰਦੇ ਆ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਬੇਹੱਦ ਇਮਾਨਦਾਰ ਪਿਆਰ ਕਰਨ ਵਾਲਾ ਇਨਸਾਨ ਜ਼ਿੰਦਗੀ 'ਚ ਹੁੰਦਾ। ਵਾਹਿਗੁਰੂ ਦਾ ਸ਼ੁਕਰ ਹੈ ਮੇਰੇ ਕੋਲ ਇਹ ਸਲਾਹ ਹੁੰਦੀ ਹੈ, ਤੇ ਆਈ ਵਿਲ ਬੀ ਵੈਰੀ ਵੈਰੀ ਹੈਪੀ ਅਗਰ ਤੁਹਾਡੇ ਕੋਲ ਵੀ ਅਜਿਹੀ ਟਰਸਟਵਰਦੀ ਅਜਿਹੀ ਕੋਈ ਐਸਾ ਕੋਈ ਪਰਸਨ ਹੈ ਜਿਹਦੇ ਤੇ ਤੁਸੀਂ ਇਹਨਾਂ ਯਕੀਨ ਕਰ ਸਕਦੇ ਹੋ। ਪਰ ਆਮ ਤੌਰ ਤੇ ਹੁੰਦਾ ਨਹੀਂ। ਉਸ ਵੇਲੇ ਕਰਨਾ ਕੀ ਹੁੰਦਾ? ਉਸ ਵੇਲੇ ਕਰਨਾ ਇਹ ਹੁੰਦਾ, ਮੇਕ ਸ਼ੋਰ ਇਹ ਕਰਨਾ ਹੁੰਦਾ ਕਿ ਨੰਬਰ 1 ਅਸੀਂ ਆਪਣੇ ਆਪ ਦਾ ਧਿਆਨ ਰੱਖੀਏ, ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ, ਆਤਮਿਕ ਤੌਰ ਤੇ। ਤੇ ਹੁਣ ਸਾਡੇ ਕੋਲ 1 ਸਾਲ ਆ ਗਿਆ ਜਿਹਦੇ ਵਿੱਚ ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖ ਲਿਆ। ਜਦੋਂ ਅਸੀਂ ਆਪਣਾ ਧਿਆਨ ਆਪ ਰੱਖਦੇ ਹਾਂ, ਅਸੀਂ ਆਪਣੇ ਆਪ ਨੂੰ ਆਪ ਕੁਐਸਚਨ ਪੁੱਛਦੇ ਹਾਂ, ਜਿਹੜੀ ਉਹ ਗਰੋਥ ਹੈਗੀ ਹੈ ਨਾ, ਉਹ ਗਰੋਥ ਆਈ ਥਿੰਕ ਸਭ ਤੋਂ ਵਧੀਆ ਗਰੋਥ ਹੁੰਦੀ ਹੈ। ਕਿਉਂਕਿ ਨਾ ਤਾਂ ਅਸੀਂ ਬਹਾਨੇ ਬਣਾਏ, ਜੇ ਬਹਾਨੇ ਬਣਾ ਰਹੇ ਹੋਵਾਂਗੇ ਤਾਂ ਸਾਨੂੰ ਸਾਡੇ ਆਪਣੇ ਆਪ ਨੇ ਕਹਿਣਾ ਵੀ ਯੂ ਨੋ ਵਟ ਪਲੀਜ਼ ਸਟਾਪ ਇਟ, ਡੋਂਟ ਡੂ ਦੈਟ। ਜੇ ਨਹੀਂ ਕਹਿੰਦਾ ਤਾਂ ਆਪਣਾ ਆਪ ਏਦਾਂ, then we have some other problems, and then these are the people who needs therapy. And funniest ਚੀਜ਼ ਇਹ ਹੈ ਕਿ ਘਰ ਦੇ ਵਿੱਚ ਹਰ ਇਨਸਾਨ ਆਪਣੀ ਥੈਰੇਪੀ ਕਰਵਾ ਲੂਗਾ, ਪਰ ਜਿਹੜੇ ਇਹ ਲੋਕ ਨੇ ਜਿਨ੍ਹਾਂ ਨੂੰ ਥੈਰੇਪੀ ਦੀ ਲੋੜ ਹੈਗੀ ਹੈ ਉਹ ਕਦੇ ਵੀ ਨਹੀਂ ਕਰਾਉਂਦੇ। ਇੱਕ ਬਹਾਨੇ ਤੋਂ ਬਾਅਦ ਦੂਜਾ ਬਹਾਨਾ, ਤੀਜਾ ਬਹਾਨਾ, ਚੌਥਾ ਬਹਾਨਾ, ਜਾਂ ਫਿਰ ਉਹਨਾਂ ਨੇ ਬਾਕੀ ਲੋਕਾਂ ਦੇ ਉੱਤੇ ਇਲਜ਼ਾਮਬਾਜ਼ੀ ਕਰੀ ਜਾਣੀ ਹੈ, ਆਪ ਉਹਨਾਂ ਨੇ ਕਦੇ ਥੈਰੇਪੀ ਲੈਣੀ ਨਹੀਂ। ਆਈ ਲਾਈਕ ਇਟ ਕਿ ਤੁਹਾਨੂੰ ਇਹ ਥਾਟ ਪਸੰਦ ਆ ਰਹੀ ਹੈ, ਕਿਉਂਕਿ ਮੈਨੂੰ ਪਤਾ ਹੈ ਤੁਹਾਡੇ ਵਿੱਚੋਂ ਕਾਫੀ ਸਾਰੇ ਇਸ ਸਾਰੇ ਕੁਛ ਵਿੱਚੋਂ ਜ਼ਿੰਦਗੀ ਵਿੱਚ ਗੋ ਥਰੂ ਆਈਦਰ ਹੋ ਰਹੇ ਹੋ ਜਾਂ ਹੋ ਚੁੱਕੇ ਹੋ। ਜਿਹੜਾ ਨਾਰਸਿਸਿਜ਼ਮ ਹੈਗਾ ਨਾ, ਇਹ ਐਪੀਡੈਮਿਕ ਆ। ਪਹਿਲਾਂ ਇਹਨੂੰ ਨਾ ਪਰਸਨੈਲਿਟੀ ਡਿਸਆਰਡਰ ਕਹਿੰਦੇ ਹੁੰਦੇ ਸੀ। ਇਹ ਪਰਸਨੈਲਿਟੀ ਡਿਸਆਰਡਰ ਨਹੀਂ ਹੈਗਾ,
ਇਹ ਤਾਂ ਜਿਵੇਂ ਆਪਾਂ ਕਹਿ ਦਈਏ ਜੇ ਸੱਚਾਈ ਹੈ, ਝੂਠ ਆ, ਈਗੋ ਆ ਤੇ ਸੈਲਫ ਕੇਅਰ ਆ, ਉੱਦਾਂ ਹੀ ਇਹ ਨਾਰਸਿਸਿਜ਼ਮ ਵੀ ਲੋਕਾਂ ਦੇ ਅੰਦਰ ਨਾ, ਜਿਹਨੂੰ ਆਪਾਂ ਕਹਿ ਦਈਏ ਜਦੋਂ ਝੂਠਾਪਨ, ਧੋਖਾ ਦੇਣਾ, ਧੋਖਾ ਧੜੀ ਕਿਸੇ ਇਨਸਾਨ 'ਚ ਇੰਨੀ ਜ਼ਿਆਦਾ ਹੁੰਦੀ ਹੈ ਕਿ ਸਿਰ ਤੋਂ ਲੱਗ ਕੇ ਪੈਰਾਂ ਤੱਕ ਸਿਵਾਏ ਝੂਠ ਤੋਂ ਹੋਰ ਕੁਛ ਨਹੀਂ ਹੁੰਦੇ, ਤਾਂ ਉਹ ਇਨਸਾਨ ਨਾਰਸਿਸਿਸਟ ਹੁੰਦਾ ਆ। ਨਾਰਸਿਸਿਸਟ ਦੇ ਵਾਸਤੇ ਪੰਜਾਬੀ 'ਚ ਹਾਲੇ ਕੋਈ ਵਰਡ ਨਹੀਂ ਆਇਆ ਹੋਇਆ। ਮੇਰਾ ਖਿਆਲ ਹੈ ਕਿ ਜਿਹੜੀ ਇਹ ਬੁੱਕ ਮੈਂ ਰਾਈਟ ਨਾਓ ਲਿਖਦੀ ਪਈ ਹਾਂ ਉਹਦੇ ਵਿੱਚ ਇਹਦਾ ਵਰਡ ਵੀ ਹੁਣ ਵਿਲ ਟਰਾਈ ਟੂ ਬ੍ਰਿੰਗ ਸਮਥਿੰਗ ਜਿਹੜਾ ਤੁਹਾਡੇ ਸਭ ਦੇ ਨਾਲ ਸ਼ੇਅਰ ਕਰ ਸਕੀਏ, ਤਾਂ ਕਿ ਇੰਸਟੈਡ ਆਫ ਨਾਰਸਿਸਿਸਟ ਜਾਂ ਨਾਰਸਿਸਿਜ਼ਮ ਕਹਿਣ ਦੇ ਫਿਰ ਆਪਾਂ ਪੰਜਾਬੀ ਦਾ ਉਹ ਲਫ਼ਜ਼ ਵਰਤਿਆ ਕਰਾਂਗੇ। ਹਾਲੇ ਤਾਂ ਮੈਂ ਮੈਨੀਪੂਲੇਸ਼ਨ ਦੇ ਵਾਸਤੇ ਇੱਕ ਵਰਡ ਕੀਤਾ ਸ਼ੁਰੂ, ਉਹ ਇਹ ਹੈ, ਮੈਨੀਪੂਲੇਸ਼ਨਸ ਆਰ ਸੋ ਲਾਈਕ ਜਿੱਦਾਂ ਨਾ ਟੈਂਟੀਕਲਸ ਜਿਹੇ ਹੁੰਦੇ ਨੇ ਜਾਂ ਤੰਦਾਂ ਹੁੰਦੀਆਂ ਨੇ, ਇੱਦਾਂ ਲੋਕਾਂ ਦੇ ਆਲੇ ਦੁਆਲੇ ਅਮਰਵੇਲ ਦੇ ਵਾਂਗੂ। ਜਿਵੇਂ ਅਮਰਵੇਲ ਕਿਸੇ ਦਰਖਤ ਦੇ ਉੱਪਰ ਲੱਗ ਜਾਵੇ ਤਾਂ ਉਸ ਤੋਂ ਬਾਅਦ ਉਹ ਦਰਖਤ ਅੱਗੇ ਵੱਧਦਾ ਨਹੀਂ। ਦੈਟਸ ਐਗਜ਼ੈਕਟਲੀ ਵਾਟ ਨਾਰਸਿਸਿਸਟ ਪੀਪਲ ਆਰ। ਇਹ ਕਿਸੇ ਚੰਗੇ ਭਲੇ ਹਰੇ ਭਰੇ ਦਰਖਤ ਦੇ ਉੱਤੇ ਅਮਰਵੇਲ ਦੇ ਵਾਂਗੂ ਪੈ ਜਾਂਦੇ ਆ। ਨਾ ਉਹਨਾਂ ਦੇ ਆਪਣੇ ਕੋਈ ਪੱਤੇ ਨਾ ਟਾਹਣੀਆਂ, ਸਿਰਫ ਹਰਾ ਰੰਗ ਆ। ਐਂਡ ਉਹ ਹਰਾ ਰੰਗ ਇਹ ਇੱਕ ਤਰ੍ਹਾਂ ਦੇ ਨਾਲ ਜ਼ਿੰਦਗੀ ਦਾ ਧੋਖਾ ਦਿੰਦੇ ਆ, ਬਿਕਾਜ਼ ਆਪਾਂ ਹਰਿਆਲੀ ਨੂੰ ਲਾਈਫ ਦੇ ਨਾਲ ਐਸੋਸੀਏਟ ਕਰਦੇ ਆ। ਤਾਂ ਫਿਰ ਹਰ ਹਰਿਆਲੀ ਲਾਈਫ ਤਾਂ ਨਹੀਂ ਹੈਗੀ। ਸੇਮ ਵੇ ਅਮਰਵੇਲ ਜਿਹੜੀ ਹੈਗੀ ਹੈ, ਜੇ ਉਹ ਇੰਨੀ ਚੰਗੀ ਹੁੰਦੀ ਫਿਰ ਤਾਂ ਆਪਾਂ ਹਰ ਦਰਖਤ ਦੇ ਉੱਤੇ ਲਾਈ ਹੁੰਦੀ, ਪਰ ਨਹੀਂ। ਇਸੇ ਵਾਸਤੇ ਜਿਹੜੇ ਝੂਠ ਬੋਲਣ ਵਾਲੇ ਲੋਕੀ ਨੇ, ਧੋਖਾ ਦੇਣ ਵਾਲੇ ਲੋਕੀ ਨੇ, ਉਹਨਾਂ ਤੋਂ ਆਪਾਂ ਪਾਸੇ ਰਹਿਣਾ ਹੁੰਦਾ। ਜਿਹੜੇ ਲੋਕੀ ਆਪਣੀ ਈਗੋ ਦੇ ਵਾਸਤੇ ਕਿਸੇ ਵੇਲੇ ਵੀ ਤੁਹਾਡੀ ਪਰਵਾਹ ਕੀਤੇ ਬਿਨਾਂ ਤੁਹਾਨੂੰ ਲਿਟਰਲੀ ਕਹਿੰਦੇ ਨਾ ਥਰੋਇੰਗ ਯੂ ਅੰਡਰ ਦ ਬੱਸ, ਜੇ ਕੋਈ ਇੱਦਾਂ ਦੇ ਕੰਮ ਕਰਦਾ ਉਹਨਾਂ ਲੋਕਾਂ ਤੋਂ ਪਰੇ ਰਹਿਣਾ। ਜਦੋਂ ਜਨਮ ਦਿਨ ਆਇਆ, ਆਈ ਥਿੰਕ ਉਹ ਦਿਨ ਇਸ ਗੱਲੋਂ ਵੀ ਵਧੀਆ ਹੁੰਦਾ ਕਿ ਆਪਾਂ ਉਸ ਦਿਨ ਬੈਠ ਕੇ ਇਹ ਵਿਚਾਰੀਏ ਮੇਰੇ ਆਲੇ ਦੁਆਲੇ ਕਿਹੜੇ ਲੋਕੀ ਨੇ ਜਿਹੜੇ ਹਾਲੇ ਵੀ ਮੇਰੇ ਨਾਲ ਇੰਟਰੈਕਸ਼ਨ ਡਿਜ਼ਰਵ ਕਰਦੇ ਆ। ਤੁਹਾਡੇ ਤਾਈਂ ਐਕਸੈਸ ਹਰ ਇਨਸਾਨ ਦਾ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇ ਇੱਦਾਂ ਹੋ ਗਿਆ ਦੈਨ ਫਿਰ ਕੁਆਲਿਟੀ ਕਿੱਥੇ ਰਹਿ ਗਈ ਲਾਈਫ ਦੀ। ਆਪਾਂ ਲਾਈਫ ਦੀ ਕੁਆਲਿਟੀ ਦੀ ਗੱਲ ਕਰਦੇ ਹਾਂ, ਤੇ ਜਦੋਂ ਆਪਾਂ ਕੁਆਲਿਟੀ ਬਣਾਉਣੀ ਹੁੰਦੀ ਹੈ ਉਦੋਂ ਕੁਆਂਟਿਟੀ ਜਿਹੜੀ ਹੈ ਉਹ ਤੋਂ ਫਿਰ ਪਾਸੇ ਹੋਣਾ ਪੈਂਦਾ। ਅਗਲੀ ਗੱਲ, ਅਸੀਂ ਪ੍ਰੋਗਰੈਸ ਦੀ ਗੱਲ ਕਰਦੇ ਹਾਂ, ਪਰਫੈਕਸ਼ਨ ਦੀ ਗੱਲ ਕਦੇ ਵੀ ਨਹੀਂ ਕਰਦੇ। ਸੋ ਆਪਣੇ ਆਪ ਤੇ ਕੰਮ ਕਰਦੇ ਰਹੋ, ਹਮੇਸ਼ਾ ਕੰਮ ਕਰਦੇ ਰਹੋ ਔਰ ਲਗਾਤਾਰ ਕੰਮ ਕਰਦੇ ਰਹੋ, ਕਿਉਂਕਿ ਜੇ ਆਪਣੇ ਆਪ ਤੇ ਕੰਮ ਕਰੀ ਜਾਓਗੇ ਤਾਂ ਹੀ ਅਸੀਂ ਆਉਣ ਵਾਲਾ ਜਿਹੜਾ ਸਮਾਜ ਹੈਗਾ ਉਹਨੂੰ ਵੀ ਉਸਾਰੂ ਸਮਾਜ ਬਣਾ ਸਕਦੇ ਹਾਂ। ਸੋ ਅੱਜ ਆਪਣਾ ਟੌਪਿਕ ਹੈਗਾ ਸੈਲਫ ਐਸਟੀਮ ਤੇ ਈਗੋ ਦੇ ਵਿੱਚ ਕੀ ਫਰਕ ਹੈ। ਅਗਰ ਮੈਂ ਤੁਹਾਨੂੰ ਪੁੱਛਾਂ ਕਿ ਤੁਹਾਡੇ ਖਿਆਲ ਦੇ ਵਿੱਚ ਸੈਲਫ ਐਸਟੀਮ ਦੇ ਵਿੱਚ ਤਾਂ ਈਗੋ ਦੇ ਵਿੱਚ ਕੀ ਫਰਕ ਹੈ? ਸੈਲਫ ਐਸਟੀਮ ਸਵੈ ਮੀਨਸ ਸੈਲਫ, ਅਸੀਂ ਆਪਣੇ ਆਪ ਦੀ ਸਿਰ ਤੋਂ ਪੈਰਾਂ ਤਾਈਂ, whether it's emotions, whether it's health, ਅਸੀਂ ਆਪਣੇ ਅੰਦਰੋਂ ਬਾਹਰੋਂ ਹਰੇਕ ਹਿੱਸੇ ਦੀ ਗੱਲ ਕਰ ਰਹੇ ਹਾਂ। ਈਗੋ ਦੇ ਵਿੱਚ ਮੈਂ ਕਿ ਮੈਂ ਬਾਕੀਆਂ ਤੋਂ ਬਿਹਤਰ ਹਾਂ, ਉਹਦੇ ਵਿੱਚ ਆਪਾਂ ਸੈਲਫ ਤੇ ਨਹੀਂ ਗਏ, ਅਸੀਂ ਸਵੈ ਦੀ ਗੱਲ ਨਹੀਂ ਕੀਤੀ, ਜਦੋਂ ਕਿ ਅਸੀਂ ਮੈਂ ਤੇ ਪਹੁੰਚ ਕੇ ਹੋਏ ਹਾਂ ਔਰ ਇਸ ਮੈਂ ਦੇ ਕੋਲ ਕੀ ਕੀ ਹੈਗਾ ਆ ਉਹਦੇ ਵਿੱਚ ਗੱਲ ਕਰਦੇ ਹੁੰਦੇ ਹਾਂ। ਸੋ ਮੈਂ ਜਿਹੜੀ ਹੈ ਉਹ ਮੋਸਟਲੀ ਮਟੀਰੀਅਲਿਸਟਿਕ ਥਿੰਗਸ ਦੇ ਆਲੇ ਦੁਆਲੇ ਟਿਕ ਕੇ ਰਹਿ ਜਾਂਦੀ ਹੈ, ਜਾਂ ਫਿਰ ਉਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਸੀਂ ਲੋਕਾਂ ਨੂੰ ਦਿਖਾ ਸਕਦੇ ਹੋ। ਰੈਪੂਟੇਸ਼ਨ ਨਾਟ ਕੈਰੈਕਟਰ, ਰੈਪੂਟੇਸ਼ਨ ਕਿੱਦਾਂ ਬਣਦਾ? ਰੈਪੂਟੇਸ਼ਨ ਬਣਦਾ ਲੋਕਾਂ ਵਿੱਚ ਗੱਲਾਂ ਮਾਰਨ ਕੇ। You don't have to do anything. All you have to do is just have some good flying monkeys, ਜਿਹੜੇ ਤੁਹਾਡੇ ਕਿਰਦਾਰ ਨੂੰ ਬਹੁਤ ਚੰਗਾ ਕਹਿਣ ਤੇ ਬਾਕੀਆਂ ਦਿਆਂ ਨੂੰ ਮਾੜਾ ਕਹਿਣ, ਜਾਂ ਕੁਝ ਨੂੰ ਮਾੜਾ ਕਹਿਣ ਤੇ ਉਸ ਲਾਈਟ ਦੇ ਵਿੱਚ ਤੁਹਾਨੂੰ ਬਾਰ-ਬਾਰ ਉਹ ਉੱਤੇ ਨੂੰ ਉਭਾਰਨ। ਇਹ ਫਲਾਈਂਗ ਮੰਕੀਜ਼ ਦਾ ਕੰਮ ਹੁੰਦਾ। ਤੇ ਮੈਨੂੰ ਇਹ ਪਤਾ ਹੈ ਕਿ ਪੰਜਾਬੀ ਘਰਾਂ ਦੇ ਵਿੱਚ ਅਜਿਹੇ ਫਲਾਈਂਗ ਮੰਕੀ ਬਹੁਤ ਜ਼ਿਆਦਾ ਨੇ। ਬੇਹੱਦ ਸ਼ਰਮ ਦੀ ਗੱਲ ਹੈ ਨਾ, ਜਿਹੜੀਆਂ ਸੱਸਾਂ ਇੱਕ ਜਨਰੇਸ਼ਨ ਦੇ ਵਿੱਚ ਆਪ ਜਿਹੜੀ ਵੀ ਅਬਿਊਜ਼ 'ਚ ਗੋ ਥਰੂ ਹੋਈਆਂ ਹੁੰਦੀਆਂ ਨੇ, ਮੇਕ ਸ਼ੋਰ ਕਰਦੀਆਂ ਕਿ ਉਹਨਾਂ ਦੀਆਂ ਨੂੰਹਾਂ ਉਹਦੇ 'ਚ ਗੋ ਥਰੂ ਹੋਣ।
ਇਹ ਫਲਾਈਂਗ ਮੰਕੀ ਨਹੀਂ, ਇਹ ਤਾਂ ਇਹਨਾਂ ਤੋਂ ਵੱਡਾ ਤਾਂ ਵੈਸੇ ਆਈ ਵੁੱਡ ਸੇ ਡਫਰ ਇਨਸਾਨ ਕੋਈ ਹੋ ਨਹੀਂ ਸਕਦਾ। ਉਹ ਇਸ ਵਾਸਤੇ ਕਿ ਬਜਾਏ ਇਸ ਦੇ ਕਿ ਆਪਦੀ ਔਲਾਦ ਨੂੰ ਮੱਤ ਦੇਣ ਕਿ ਉਹ ਅਕਲਮੰਦ ਹੋਵੇ, ਉਹ 'ਚ ਉਲਟਾ ਪੁੱਠੀ ਚੱਕੀ ਚਲਾ ਰਹੇ ਹਨ। ਫॉर ਵਟ? ਕੰਟਰੋਲ। ਈਗੋ ਕੰਟਰੋਲ ਭਾਲਦੀ ਹੈ। ਆਪਾਂ ਗੱਲ ਕਰਦੇ ਪਏ ਹਾਂ ਕੰਪਲੀਟਲੀ ਡਿਫਰੈਂਟ ਰਸਤਾ। ਅਸੀਂ ਗੱਲ ਕਰਦੇ ਪਏ ਹਾਂ ਲਿਵ ਐਂਡ ਲੈਟ ਲਿਵ, ਜਸਟ ਲੈਟ ਇਟ ਬੀ, ਜਸਟ ਐਗਜ਼ਿਸਟ। ਜਦੋਂ ਆਪਾਂ ਸੈਲਫ ਐਸਟੀਮ ਔਰ ਈਗੋ ਦੀ ਗੱਲ ਕਰਦੇ ਹਾਂ, ਉਸ ਵੇਲੇ ਸੈਲਫ ਐਸਟੀਮ believes in existing. Self-esteem means G-O-R, ਜੀਣੇ ਦੋ, live and let live. ਈਗੋ ਕਹਿੰਦੀ ਹੈ ਮੇਰੇ ਕੋਲ ਸਾਰਾ ਕੁਝ ਹੋਵੇ, ਮੇਰਾ ਹੋਵੇ। I think you guys know an example of ego and self-esteem too actually. ਆਪਣੇ ਜਿਹੜੇ ਕਿਸਾਨ ਨੇ, ਜਿਹੜੇ ਇਸ ਵੇਲੇ ਬੋਰਡਰ ਤੇ ਬੈਠੇ ਹੋਏ ਨੇ, ਉਹ ਸੈਲਫ ਐਸਟੀਮ ਦੀ ਐਗਜ਼ਾਮਪਲ ਨੇ। ਤੇ ਜਿਹੜੇ ਇਹ ਅਡਾਨੀ, ਅੰਬਾਨੀ ਤੇ ਅਦਾਨੀ ਤੇ ਕਿਹੜੇ ਵੀ ਖੜਾਨੀ, ਇਹ ਸਾਰੇ ਦੇ ਸਾਰੇ ਈਗੋ। ਨਰਿੰਦਰ ਮੋਦੀ ਈਗੋ। ਨਰਿੰਦਰ ਮੋਦੀ ਨੇ ਇੱਕ ਰੈਪੂਟੇਸ਼ਨ ਬਣਾਇਆ ਹੋਇਆ ਆਪਣਾ, ਬਸ ਦੈਟਸ ਇਟ। ਕੈਰੈਕਟਰ ਹੈਗਾ ਨਹੀਂ ਹੈਗਾ, ਵੈਲਿਊਜ਼ ਹੈਗੀਆਂ ਨਹੀਂ ਹੈਗੀਆਂ, ਬਟ ਹੀ ਗਾਟ ਹਿਸ ਫਲਾਈਂਗ ਮੰਕੀਜ਼। ਜਿਹੜਾ ਮੀਡੀਆ ਹੈਗਾ, ਜਿਹਨੂੰ ਲੋਕੀ ਗੋਦੀ ਮੀਡੀਆ ਕਹਿੰਦੇ ਆ, ਇਹਨੂੰ ਕਹਿੰਦੇ ਆ ਫਲਾਈਂਗ ਮੰਕੀਜ਼, ਜਿਹੜੇ ਝੂਠ ਤੋਂ ਇਲਾਵਾ ਹੋਰ ਕੋਈ ਵੀ ਗੱਲ ਨਹੀਂ ਕਰਦੇ ਪਏ। ਤੁਹਾਨੂੰ ਸਭ ਨੂੰ ਪਤਾ ਹੈ ਝੂਠ ਬੋਲਦੇ ਪਏ ਹੈ, ਬਟ all the people do is ha, we know that. ਉਹ ਇਹ ਕਿੱਦਾਂ ਕਰੀ ਜਾਂਦੇ ਪਏ ਆ। but then again, ਇੰਡੀਆ ਦੀ ਜਿਹੜੀ ਹਾਲਾਤ ਨੇ, ਮੈਂ ਇੰਡੀਆ 'ਚ ਤਾਂ ਨਹੀਂ ਬੈਠੀ ਹੋਈ, ਪਰ ਐਟ ਦ ਸੇਮ ਟਾਈਮ ਮੈਂ ਵੀ ਉਹਨਾਂ ਸਭ ਵਾਂਗੂ ਇਫੈਕਟਡ ਹੈਗੀ ਹਾਂ ਔਰ ਹੋਣਾ ਵੀ ਹੈ। ਕਿਉਂ ਹੈਗੀ? ਤਾਂ ਮੈਂ ਵੀ ਪੰਜਾਬ ਤੋਂ ਹੀ ਹਾਂ। ਪਰ ਗੱਲ ਇਹ ਹੈ ਕਿ ਜਿਹੜੇ ਸਾਡੇ ਬਜ਼ੁਰਗ, ਜਿਹੜੇ ਸਾਡੇ ਪਰਿਵਾਰ ਵਾਲੇ, ਜਿਹੜੇ ਸਾਡੇ ਭੈਣਾਂ ਇਸ ਵੇਲੇ ਬੋਰਡਰ ਤੇ ਬੈਠੇ ਹੋਏ ਨੇ, ਜਿਨ੍ਹਾਂ ਕੋਲ ਮਾੜਾ ਮੋਟਾ ਕੋਈ ਵੀ ਲੀਡਰ ਜਾ ਕੇ ਟਰਾਈ ਕਰਦੇ ਪਏ ਨੇ ਆਪਣੇ ਵਾਲੇ ਪਾਸੇ ਜਿੱਤਣ ਦੀ, ਇਹ ਸਾਰੇ ਲੋਕੀ ਇਸ ਗੱਲ ਤੇ ਜ਼ੋਰ ਕਿਉਂ ਨਹੀਂ ਦੇ ਰਹੇ ਕਿ ਰੈਫਰੈਂਡਮ ਲੈ ਕੇ ਆਉਣ ਜਾਂ ਇਹ ਕਰਨ ਕਿ ਜਿਹੜੀ ਆਪੋਜੀਸ਼ਨ ਹੈਗੀ ਹੈ ਉਹ ਮੋਦੀ ਕੋਲੋਂ ਵੋਟ ਆਫ ਕੌਨਫੀਡੈਂਸ ਜਾਂ ਸੰਸਦ ਵੋਟ ਆਫ ਕੌਨਫੀਡੈਂਸ ਮੰਗੇ। ਇੰਡੀਆ ਦੇ ਵਿੱਚ ਹਾਲੇ ਵੀ ਡੈਮੋਕ੍ਰੇਸੀ ਆ, ਇਹ ਤਾਂ ਹੈ ਨਹੀਂ ਡੈਮੋਕ੍ਰੇਸੀ ਚੱਲ ਗਈ ਹੋਈ ਹੈ, ਪਾਰਲੀਮੈਂਟ ਹਾਲੇ ਵੀ ਹੈਗੀ ਹੈ ਨਾ। then why aren't our people doing that? ਜੰਤਰ ਮੰਤਰ ਦੇ ਵਿੱਚ ਜਾ ਕੇ ਸਾਈਡ ਤੇ ਪਾਰਲੀਮੈਂਟ ਤਾਂ ਲਾ ਲਈ, ਜਿਹੜੀ ਪਾਰਲੀਮੈਂਟ ਚੱਲਦੀ ਪਈ ਹੈ ਉੱਥੇ ਕਿਉਂ ਨਹੀਂ ਆਪਾਂ ਕੁਛ ਕਰਦੇ ਪਏ? ਜਿਹੜੇ ਲੋਕੀ ਬਾਹਰ ਕਹਿੰਦੇ ਪਏ ਆ ਕਿ ਉਹ ਅਸੀਂ ਨਾਲ ਖੜੇ ਆ, ਉਹ ਅੰਦਰ ਜਾ ਕੇ ਗੱਲ ਤਾਂ ਕਰਦੇ ਨਹੀਂ ਪਏ, ਇਹ ਤਾਂ ਆਪਾਂ ਨੂੰ ਵੀ ਪਤਾ। ਪਰ ਵੋਟਾਂ ਆਪਾਂ ਫਿਰ ਉਹਨਾਂ ਨੂੰ ਦੇਣੀਆਂ ਹੈਗੀਆਂ। ਬੇਵਕੂਫੀ ਕਹਿੰਦੇ ਇਹਨੂੰ, ਹੋਰ ਕੁਛ ਨਹੀਂ ਕਹਿੰਦੇ। ਸੋ ਟਾਈਮ ਅਕਲ ਕਰਨ ਦਾ। ਔਰ ਮੇਰਾ ਖਿਆਲ ਹੈ ਜਦੋਂ ਇਹ ਹੁਣ ਚੱਲਦਾ ਪਿਆ ਨਾ ਮੋਰਚਾ, ਕਾਫੀ ਸਾਰੇ ਲੋਕਾਂ ਨੂੰ ਭਗਤ ਸਿੰਘ ਦੀ ਜਿਹੜੀ ਗੱਲ ਸੀਗੀ ਉਹ ਸਮਝ ਵੀ ਆ ਗਈ ਹੋਣੀ ਹੈ, ਪਰ ਕਾਫੀ ਸਾਰੇ ਲੋਕਾਂ ਨੇ ਇਹ ਵੀ ਮਹਿਸੂਸ ਕਰਨਾ ਹੈ ਕਿ ਪਹਿਲਾਂ ਕਿਉਂ ਨਹੀਂ ਸਮਝ ਆਈ ਉਹਨੂੰ। ਪਰ ਜਦੋਂ ਸਮਝ ਆ ਜਾਵੇ ਚੰਗਾ ਹੈ, ਅਦਰਵਾਈਜ਼ ਜਿਵੇਂ ਰਾਈਟ ਨਾਲ ਹਾਲਾਤ ਚੱਲਦੇ ਪਏ ਨੇ, ਇਹ ਸੰਘਰਸ਼ ਬਹੁਤ ਲੰਮਾ ਸੰਘਰਸ਼ ਹੈ। ਕਿਉਂਕਿ ਲੀਡਰਸ਼ਿਪ, they have their own thoughts, they have their own benefits, a conflict of interest. ਜਦੋਂ ਦੋਸਤੀਆਂ ਹੁੰਦੀਆਂ ਨੇ ਪੋਲੀਟੀਸ਼ੀਅਨਸ ਦੇ ਨਾਲ, ਤਾਂ ਫਿਰ ਉੱਥੇ ਹੋਰ ਕੀ ਹੋਣਾ, ਨਾਲ ਦੋਸਤੀਆਂ ਨਿਭਾਉਣੀਆਂ ਹੁੰਦੀਆਂ ਨੇ। ਐਨੀਵੇਜ਼, ਸਾਡਾ ਅੱਜ ਦਾ ਟੌਪਿਕ ਸਾਡਾ ਅੱਜ ਦਾ ਟੌਪਿਕ ਕਿਸਾਨਾਂ ਦੇ ਉੱਪਰ ਨਹੀਂ ਸੀ ਹੈਗਾ, ਪਰ ਕਿੱਦਾਂ ਕਰੀਏ ਹੁਣ, ਕੀ ਕਰੀਏ? ਸੈਲਫ ਐਸਟੀਮ ਤੇ ਈਗੋ ਦੀ ਅਗਰ ਗੱਲ ਆਊਗੀ ਤਾਂ ਇੱਕ ਪਾਸੇ ਕਿਸਾਨ ਆਉਣਗੇ, ਦੂਜੇ ਪਾਸੇ ਇੰਡੀਅਨ ਗਵਰਨਮੈਂਟ ਆਊਗੀ, ਕਿਉਂਕਿ ਇੰਡੀਅਨ ਗਵਰਨਮੈਂਟ ਸਵਾਏ ਈਗੋ ਦੇ ਜਾਂ ਈਗੋ ਨੂੰ ਠੰਡਾ ਕਰਨ ਦੇ ਆਪਣਾ ਹੋਰ ਕੁਛ ਨਹੀਂ ਕਰਦੀ ਪਈ। ਉਹਨਾਂ ਨੂੰ ਪਤਾ ਹੈ ਕਿ ਜੋ ਕਰਦੇ ਪਏ ਹੈ ਤਾਂ ਗਲਤ ਹੈ, ਤਾਂ ਹੀ ਤਾਂ ਫਲਾਈਂਗ ਮੰਕੀ ਰੱਖੇ ਹੋਏ ਆ। ਸੋ ਜਦੋਂ ਆਪਾਂ ਸੈਲਫ ਐਸਟੀਮ ਤੇ ਈਗੋ ਦੀ ਗੱਲ ਕਰਦੇ ਪਏ ਹਾਂ, ਉਸ ਵੇਲੇ ਯਾਦ ਰੱਖਣਾ ਕਿ ਤੁਸੀਂ ਕਿਤੇ ਗਲਤੀ ਨਾਲ ਵੀ ਫਲਾਈਂਗ ਮੰਕੀ ਨਾ ਬਣੇ ਹੋਵੋ। ਪਤਾ ਫਲਾਈਂਗ ਮੰਕੀ ਕਿਵੇਂ ਬਣੀਦਾ ਹੁੰਦਾ? ਜਦੋਂ ਇਹ ਪਤਾ ਨਾ ਹੋਵੇ ਗੱਲ ਹੋਈ ਕਿ ਨਹੀਂ ਹੋਈ, ਗੱਲ ਧਿਰ ਕਿਸੇ ਦਾ ਪਤਾ ਨਾ ਹੋਵੇ। ਇੱਕ ਬੰਦੇ ਨੇ ਤੁਹਾਨੂੰ ਜਿਹਨੇ ਕੋਈ ਗੱਲ ਕਹੀ ਹੈ, ਤੁਸੀਂ ਉਹਨਾਂ ਦੀ ਗੱਲ ਇਸ ਵਾਸਤੇ ਮੰਨਣੀ ਹੈ ਜਾਂ ਅੱਗੇ ਕਰਨੀ ਹੈ ਕਿਉਂਕਿ ਉਸ ਬੰਦੇ ਤੋਂ ਤੁਹਾਨੂੰ ਕੋਈ ਫਾਇਦਾ ਹੋਣਾ। that could be power, that could be material stuff, that could be ਕਿ ਤੁਸੀਂ like you just doing the same thing for each other. ਆਹ ਫਲਾਈਂਗ ਮੰਕੀ ਐਸ ਫਲਾਈਂਗ ਮੰਕੀ ਨੂੰ ਖੁਸ਼ ਕਰ ਰਿਹਾ, ਆਹ ਫਲਾਈਂਗ ਮੰਕੀ ਐਸ ਫਲਾਈਂਗ ਮੰਕੀ ਨੂੰ ਖੁਸ਼ ਕਰ ਰਿਹਾ। ਸੋ ਇਹ ਯਾਦ ਰੱਖਣਾ ਹੈ ਕਿ ਤੁਹਾਨੂੰ ਅਗਰ ਕੋਈ ਵੀ
ਭਾਵੇਂ ਧੋਖੇ ਨਾਲ ਵੀ ਫਲਾਈਂਗ ਮੰਕੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਮੀਨਸ ਦੇ ਆਰ ਟਰਾਈੰਗ ਟੂ ਗੈਟ ਸਮ ਗਾਸਿਪ ਔਰ ਅਫਵਾਹਾਂ ਤੁਹਾਡੇ ਰਾਹੀਂ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਆ, ਉਸ ਵੇਲੇ ਹਮੇਸ਼ਾ ਧਿਆਨ ਰੱਖਣਾ। ਤੇ ਬਾਕੀ ਤੁਹਾਡੇ ਪਰਿਵਾਰ ਦੇ ਵਿੱਚ ਜਿਹੜੇ ਫਲਾਈਂਗ ਮੰਕੀ ਹੈਗੇ ਨੇ, ਇਫ ਯੂ ਵਾਂਟ ਟੂ ਕਾਲ ਆਊਟ ਦੈਟਸ ਯੂਰ ਚੋਇਸ, ਬਟ ਹੁਣ ਤੋਂ ਜਦੋਂ ਤੁਸੀਂ ਉਹਨਾਂ ਵੱਲ ਦੇਖੋਗੇ ਤੁਹਾਨੂੰ ਇਹ ਅਹਿਸਾਸ ਹੋ ਜਾਊਗਾ ਕਿ ਇਹ ਤਾਂ ਉੜਦੇ ਬਾਂਦਰ ਆ, ਫਲਾਈਂਗ ਮੰਕੀ, ਉੱਡਦਾ ਹੋਇਆ ਬਾਂਦਰ। ਸੋ ਤੁਹਾਨੂੰ ਪਤਾ ਹੈ ਕਿ ਉਹਨਾਂ ਦੀ ਗੱਲ ਦੇ ਵਿੱਚ ਕੋਈ ਵੈਲਿਊ ਨਹੀਂ ਹੈਗੀ। ਸੋ ਕਿਸੇ ਵੀ ਫਲਾਈਂਗ ਮੰਕੀ ਦੀ ਗੱਲਬਾਤ ਸੁਣ ਕੇ ਜਾਂ ਉਹਨਾਂ ਦਾ ਕਿਹਾ ਯਕੀਨ ਨਹੀਂ ਕਰਨਾ, ਕਿਉਂਕਿ ਤੁਸੀਂ ਉਹਨਾਂ ਬਾਂਦਰਾਂ ਤੋਂ ਬਿਹਤਰ ਸੋਚ ਸਕਦੇ ਹੋ, ਤੁਹਾਨੂੰ ਪਤਾ ਹੈ। ਤਾਂ ਫਿਰ ਅਗਰ ਕੋਈ ਬਾਂਦਰ ਆ ਕੇ ਤੁਹਾਡੇ 'ਤੇ ਕੋਈ ਇਲਜ਼ਾਮ ਲਗਾਏਗਾ, ਕੀ ਯਕੀਨ ਕਰਨਾ ਚਾਹੀਦਾ? ਬਿਲਕੁਲ ਵੀ ਨਹੀਂ। ਸੋ ਸੈਲਫ ਐਸਟੀਮ ਸਾਨੂੰ ਸਿਖਾਉਂਦੀ ਹੈ ਆਪਣੇ ਆਪ ਬਾਰੇ ਜਾਣਨਾ। ਸੈਲਫ ਐਸਟੀਮ ਸਾਨੂੰ ਸਿਖਾਉਂਦੀ ਹੈ ਸੈਲਫ ਕਾਨਫੀਡੈਂਸ ਵੀ, ਜਦੋਂ ਕਿ ਈਗੋ ਸਾਨੂੰ ਸਿਰਫ ਇਹ ਸਿਖਾਉਂਦੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਜਿਹੜੀ ਸਿਚੁਏਸ਼ਨ ਹੈਗੀ ਹੈ ਉੱਤੇ ਕੰਟਰੋਲ ਕਿਵੇਂ ਕਰਨਾ। ਤੁਸੀਂ ਕਿਹੜੇ ਪਾਸੇ ਵਾਲੇ ਹੋ? ਤੁਸੀਂ ਆਪਣੇ ਆਪ ਤੇ ਕੰਟਰੋਲ ਕਰਨਾ ਸਿੱਖਣਾ ਚਾਹੁੰਦੇ ਹੋ ਕਿ ਤੁਸੀਂ ਲੋਕਾਂ ਤੇ ਕੰਟਰੋਲ ਕਰਨਾ? ਇਹ ਗੱਲ ਵੀ ਵੈਸੇ ਆਪਣੇ ਜਨਮ ਦਿਨ ਵਾਲੇ ਦਿਨ ਸੋਚਣਾ ਵਧੀਆ ਗੱਲ ਹੁੰਦੀ ਹੈ, ਕਿਉਂਕਿ ਜੇ ਆਪਾਂ ਉਸ ਦਿਨ ਸੋਚਾਂਗੇ ਤਾਂ ਫਿਰ ਉਸ ਦਿਨ ਤੋਂ ਜ਼ਿਆਦਾ ਸੱਚਾਈ ਸਾਡੇ ਬੋਲਾਂ 'ਚ ਕਿਸ ਦਿਨ ਹੋਊਗੀ? ਥਿੰਕ ਅਬਾਊਟ ਦੈਟ। ਯੂ ਥਿੰਕ ਅਬਾਊਟ ਦੈਟ, ਲੈਟ ਮੀ ਟੇਕ ਅ ਸਿਪ। ਸੋ ਅੱਜ ਦੀ ਗੱਲਬਾਤ ਚੱਲ ਰਹੀ ਹੈ, ਇੱਕ ਤਾਂ ਸੀ ਜਨਮ ਦਿਨ ਦੇ ਐਸਪੈਕਟ ਨੂੰ ਲੈ ਕੇ ਆਪਣੇ ਆਪ ਨੂੰ ਜਾਣਨਾ, ਜਨਮ ਦਿਨ ਦੇ ਐਸਪੈਕਟ ਨੂੰ ਲੈ ਕੇ ਆਪਣੇ ਆਪ ਵਾਸਤੇ ਗੋਲ ਸੈੱਟ ਕਰਨੇ, ਤਾਂ ਫਿਰ ਆਉਂਦੇ ਜਨਮ ਦਿਨ ਦੇ ਉੱਤੇ ਆਪਣੇ ਆਪ ਨੂੰ ਇਹ ਪੁੱਛਣਾ ਕਿ ਤੁਸੀਂ ਆਪਣੇ ਉਹ ਗੋਲ ਪੂਰੇ ਕੀਤੇ ਜਾਂ ਨਹੀਂ। ਇਹ ਹੋ ਗਈ ਇੱਕ ਚੀਜ਼। ਦੂਜੀ ਚੀਜ਼ ਹੈਗੀ ਹੈ ਕਿ ਅਸੀਂ ਆਪਣੇ ਆਪ ਦੇ ਬਾਰੇ ਵਿੱਚ ਇੰਨੇ ਅਵੇਅਰ ਹੋਈਏ, ਆਪਣੀਆਂ ਇਮੋਸ਼ਨਸ ਦੇ ਬਾਰੇ ਵਿੱਚ ਅਵੇਅਰ ਹੋਈਏ। ਅਗਰ ਸਾਨੂੰ ਕੋਈ ਇਹ ਕਹਿ ਰਿਹਾ ਹੈ ਕਿ ਉਹ ਤੇਰੇ ਵਿੱਚ ਇਮੋਸ਼ਨਸ ਨਹੀਂ ਹੈਗੀਆਂ, ਇਜ਼ ਇਟ ਇਵਨ ਪੋਸੀਬਲ? ਜੇ ਹੈ ਨਹੀਂ ਗਿਆ, ਤੁਸੀਂ ਚੀਜ਼ਾਂ ਮਹਿਸੂਸ ਕਿਵੇਂ ਕਰਦੇ ਪਏ ਸੀ? ਤੁਸੀਂ ਤਾਂ ਮਹਿਸੂਸ ਕਰਦੇ ਪਏ ਹੋ ਨਾ ਕਿ ਤੁਸੀਂ ਕਿਸੇ ਹੋਰ ਦੇ ਆਕੇ ਤੇ ਯਕੀਨ ਕਰਕੇ ਹਰ ਗੱਲ ਹੀ ਇੱਦਾਂ ਕਰਦੇ ਹੋ। ਅਗਰ ਕਰਦੇ ਹੋ then you really need self awareness, means ਤੁਹਾਨੂੰ ਆਪਣੇ ਆਪ ਦਾ ਪਤਾ ਹੋਣਾ ਚਾਹੀਦਾ। ਅਗਰ ਤੁਹਾਨੂੰ ਹੋਰ ਕੋਈ ਤਰੀਕਾ ਨਹੀਂ ਪਤਾ ਕਿ ਇਵੇਂ ਕਿਵੇਂ ਕਰਨਾ, 21 days to happiness @gmail.com, ਉਸ ਵੇਲੇ ਈਮੇਲ ਕਰੋ ਔਰ ਉਸ ਵੇਲੇ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ। ਅਗਰ ਤੁਸੀਂ ਚਾਹੇ ਆਪਣੇ ਗੋਲਸ ਸੈੱਟ ਕਰਨ 'ਚ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤੇ ਜਾਂ ਫਿਰ ਆਪਣੇ ਆਪ ਦੇ ਬਾਰੇ ਵਿੱਚ ਜਾਣਨ 'ਚ ਪ੍ਰੋਬਲਮ ਆ ਰਹੀ ਹੈ। ਕਿਉਂਕਿ ਬਹੁਤ ਵਾਰੀ ਜੇ ਆਪਾਂ ਇਹ ਕਹਿ ਦਈਏ ਕਿ ਇੱਕ ਭਾਸ਼ਾ ਹੁੰਦੀ ਹੈ ਅੰਗਰੇਜ਼ੀ ਤੇ ਇੱਕ ਭਾਸ਼ਾ ਹੈਗੀ ਹੈ ਪੰਜਾਬੀ, ਜੇ ਕਿਸੇ ਨੂੰ ਅੰਗਰੇਜ਼ੀ ਆਉਂਦੀ ਹੋਈ ਨਹੀਂ ਪਰ ਜਿੱਥੇ ਚੱਲੇ ਹੋ ਉੱਥੇ ਗੱਲ ਅੰਗਰੇਜ਼ੀ 'ਚ ਹੀ ਹੋਣੀ ਹੈ, ਉਸ ਵੇਲੇ ਅੰਗਰੇਜ਼ੀ ਸਿੱਖਣੀ ਜ਼ਰੂਰੀ ਹੋ ਜਾਂਦੀ ਹੈ। ਇਵੇਂ ਅਗਰ ਤੁਹਾਨੂੰ ਕਿਸੇ ਨੇ ਸੈਲਫ ਅਵੇਅਰਨੈਸ ਸਿਖਾਈ ਨਹੀਂ ਕਦੇ, ਸੈਲਫ ਕੇਅਰ ਸਿਖਾਈ ਨਹੀਂ ਕਦੇ, ਤਾਂ ਉਸ ਵੇਲੇ ਸ਼ਾਇਦ ਤੁਹਾਨੂੰ ਇਹ ਪੂਰਾ ਪਤਾ ਵੀ ਨਾ ਹੋਵੇ। ਜਿਵੇਂ ਕਿ ਆਮ ਤੌਰ 'ਤੇ ਬਾਹਲੀਆਂ ਫੀਮੇਲਸ ਵੀ ਸੈਲਫ ਕੇਅਰ ਸੋਚਦੀਆਂ ਮੈਨੀਕਿਉਰ ਪੈਡੀਕਿਉਰ। Oh, are you doing self-care enough? Oh yeah, I just booked an appointment. Or nails. That is not self-care. That is self-grooming. That is grooming yourself. That's making yourself presentable. ਕਿ ਤੁਸੀਂ ਬਾਹਰ ਅੰਦਰ ਜਾਂਦੇ ਹੋ, ਵਧੀਆ ਲੱਗਦੇ ਹੋ, ਉਹ ਵੀ ਅਗਰ ਤੁਹਾਨੂੰ ਪਸੰਦ ਹੈ ਬਹੁਤ ਵਧੀਆ ਗੱਲ ਹੈ, ਨਹੀਂ ਪਸੰਦ ਤਾਂ ਵੀ ਬਹੁਤ ਵਧੀਆ ਗੱਲ ਹੈ। That is something that doesn't matter that much. ਜਦੋਂ ਮੈਂ ਸੈਲਫ ਕੇਅਰ ਦੀ ਗੱਲ ਕਰਦੀ ਹਾਂ ਤਾਂ ਮੈਂ ਸੈਲਫ ਕੇਅਰ ਦੀ ਗੱਲ ਕਰਦੀ ਹਾਂ ਆਪਣੇ ਦਿਮਾਗ, ਦਿਲ, ਸੋਚ, ਇਸ ਸਾਰੇ ਕੁਛ ਨੂੰ ਇਵੈਲੂਏਟ ਕਰਨ ਬਾਰੇ, ਇਸ ਸਾਰੇ ਕੁਛ ਨੂੰ ਪਹਿਚਾਨਣ ਦੇ ਬਾਰੇ ਵਿੱਚ। ਸੋ ਅਸੀਂ ਸੈਲਫ ਕੇਅਰ ਅੰਦਰੋਂ ਬਾਹਰ ਨੂੰ ਲੈ ਕੇ ਆਉਣੀ ਹੈ, ਬਾਹਰੋਂ ਪੋਚੇ ਨਹੀਂ ਸਿਰਫ ਪਾਈ ਜਾਣੇ, ਕਿਉਂਕਿ ਜੇ ਬਾਹਰੋਂ ਹੀ ਇਕੱਲੇ ਪੋਚੇ ਪਾਈ ਜਾਵਾਂਗੇ ਤਾਂ ਉਸ ਵੇਲੇ ਜਿਹੜੀ ਸਿਹਤ ਹੈਗੀ ਹੈ ਜਾਂ ਮਾਨਸਿਕ ਸਿਹਤ ਜਿਹੜੀ ਹੈ ਉਹ ਬਹੁਤ ਖਰਾਬ ਹੋ ਜਾਣੀ ਹੈ। ਰੀਜ਼ਨ ਬੀਇੰਗ
ਅਸੀਂ ਬਾਹਰ ਜਿੰਨਾ ਮਰਜ਼ੀ ਪ੍ਰਟੈਂਡ ਕਰ ਲਈਏ ਪਰ ਸਾਡੇ ਆਪਣੇ ਆਪ ਨੂੰ ਪਤਾ ਹੁੰਦਾ ਐਂਡ ਦੈਟਸ ਐਗਜ਼ੈਕਟਲੀ ਵਟ ਡਿਪਰੈਸ਼ਨ ਇਜ਼। ਡਿਪਰੈਸ਼ਨ ਤੁਸੀਂ ਬਾਹਰ ਭਾਵੇਂ ਜਿਹੜੇ ਮਰਜ਼ੀ ਝੂਠ ਬੋਲ ਰਹੇ ਹੋ ਕਿ ਤੁਸੀਂ ਕਿੰਨੇ ਖੁਸ਼ ਹੋ, ਜਦੋਂ ਤੁਹਾਨੂੰ ਆਪਣੇ ਆਪ ਨੂੰ ਪਤਾ ਆ ਜਾਂ ਤੁਸੀਂ ਯੂ ਆਰ ਟਰਾਈਂਗ ਟੂ ਫੇਕ ਕੌਨਫੀਡੈਂਸ pretend, but then again you already know how broken you are ਜਾਂ ਤੁਹਾਨੂੰ ਕੋਈ ਲਗਾਤਾਰ ਕਿਵੇਂ ਤੋੜ ਰਿਹਾ ਹੈ। ਅਗਰ ਤੁਸੀਂ ਉਹਦੇ ਤੇ ਕੰਮ ਨਹੀਂ ਕਰੋਗੇ, ਆਪਣੇ ਆਪ ਨੂੰ ਉਸ ਟਾਕਸਿਕ ਮਾਹੌਲ ਤੋਂ ਬਾਹਰ ਨਹੀਂ ਕੱਢੋਗੇ, ਉਸ ਵੇਲੇ ਜਿਹੜਾ ਡਿਪਰੈਸ਼ਨ ਆ, ਐਂਗਜ਼ਾਇਟੀ ਆ, ਪੈਨਿਕ ਆ, ਇਹਨਾਂ ਚੀਜ਼ਾਂ ਨੇ ਤੁਹਾਡੇ ਆਲੇ ਦੁਆਲੇ ਇੰਨਾ ਜ਼ਿਆਦਾ ਘਰ ਕਰ ਲੈਣਾ ਹੈ that you won't even know how to come out of there। ਟਰਾਮਾ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਐਕਸੀਡੈਂਟ ਹੀ ਹੋਵੇ, ਟਰਾਮਾ ਜ਼ਰੂਰੀ ਨਹੀਂ ਹੁੰਦਾ ਕਿ ਕੁੱਟਮਾਰ ਹੋਵੇ। ਜਿਸ ਵੇਲੇ ਜਿਹੜੀ ਤੁਹਾਡੀ ਰੂਹ ਹੈਗੀ ਹੈ ਨਾ, ਉਹਨੂੰ ਜਦੋਂ ਇੰਨਾ ਬੁਰੀ ਤਰ੍ਹਾਂ ਭਾਵੇਂ ਬੇਇੱਜ਼ਤ ਕੀਤਾ ਹੁੰਦਾ ਤੇ ਭਾਵੇਂ ਉਹਨੂੰ ਤੋੜਿਆ ਗਿਆ ਹੁੰਦਾ, ਉਹ ਸਾਰਾ ਕੁਝ ਜਿਹੜਾ ਜਦੋਂ ਸਾਡੇ ਅੰਦਰ ਰਹਿ ਜਾਂਦਾ, ਦੈਟ ਇਜ਼ ਆਲ ਟਰਾਮਾ। ਔਰ ਫਿਰ ਜਿਹੜਾ ਇਹ ਟਰਾਮਾ ਹੈਗਾ ਆ, ਇਹ ਸਾਡੀ ਗਰੋਥ ਨੂੰ ਆਈਦਰ ਹੌਲੀ ਕਰ ਦਿੰਦਾ ਜਾਂ ਖਤਮ ਵੀ ਕਰ ਦਿੰਦਾ। ਕਿਉਂ? ਕਿਉਂਕਿ ਅਸੀਂ ਕਿਸੇ ਇੱਕ ਮੁਕਾਮ ਦੇ ਉੱਤੇ ਹੁਣ ਉੱਥੇ ਬੈਠ ਗਏ ਹੋਏ ਆ। ਵੀ ਆਰ ਜਸਟ ਟਾਕਿੰਗ ਅਬਾਊਟ ਦੈਟ, ਵੀ ਆਰ ਜਸਟ ਕ੍ਰਾਈਂਗ ਅਬਾਊਟ ਦੈਟ, ਜਦੋਂ ਕਿ ਕਰਨਾ ਇਹ ਹੈ ਕਿ ਅਸੀਂ ਉਸ ਮੋਮੈਂਟ ਨੂੰ ਡੀਲ ਕਰਕੇ ਇਹ ਤੋਂ ਅੱਗੇ ਨੂੰ ਤੁਰਨਾ ਹੈ। ਜੇ ਹੋਰ ਕੋਈ ਦਿਨ ਨਹੀਂ ਕੀਤਾ, on your birthday, do that, evaluate each and everything you do, and ਉਸ ਤੋਂ ਬਾਅਦ ਵਿੱਚ ਤੁਸੀਂ ਆਪਣੇ ਆਪ ਨੋਟਿਸ ਕਰੋਗੇ ਕਿ ਤੁਹਾਡੇ ਅੰਦਰ ਇੱਕ ਖੁਆਹਿਸ਼ ਪੈਦਾ ਹੋਊਗੀ ਆਪਣੇ ਆਪ ਨੂੰ ਹੋਰ ਵਧੀਆ ਬਣਾਉਣ ਦੀ। ਜਦੋਂ ਆਪਾਂ ਇਨਸਾਨ ਇਵੋਲਵ ਕਰਨਾ ਸ਼ੁਰੂ ਕਰਦੇ ਹਾਂ, ਸਾਡੀ ਸੋਚ, ਸਾਡਾ ਦਿਮਾਗ ਇਹੋ ਜਿਹਾ ਬਣਾਇਆ ਹੋਇਆ ਕਿ ਅਸੀਂ ਇੱਕ ਚੀਜ਼ ਵਧੀਆ ਕਰਨ ਤੋਂ ਬਾਅਦ ਸਾਡੀ ਰੂਹ ਆਪਣੇ ਆਪ ਹੋਰ ਵਧੀਆ ਕਰਨ ਨੂੰ ਕਰਦੀ ਹੈ। So why not take advantage of that? ਇਨਸਾਨੀ ਸੁਭਾਅ ਹੈ। ਜਿਵੇਂ ਆਦਤਾਂ ਹੈ, ਕੋਈ ਚੀਜ਼ ਰਿਪੀਟ ਕਰ ਲਈਏ 21 ਦਿਨ ਆਦਤ ਬਣ ਜਾਂਦੀ ਹੈ, ਤੇ ਜਦ ਪਤਾ ਹੈ ਆਦਤ ਇਹਦੇ ਵਿੱਚ ਬਣ ਜਾਂਦੀ ਹੈ ਤਾਂ why not start having good habits? ਹੋਰ ਕੁਛ ਨਹੀਂ, ਅਗਰ ਤੁਹਾਨੂੰ ਸਵੇਰੇ ਉੱਠਣ ਲੱਗਿਆ ਸਨੂਜ਼ ਹਿੱਟ ਕਰਨ ਦੀ ਆਦਤ ਆ, quit that habit. Next 21 days you are not going to hit snooze. That's it. ਕਿੰਨਾ ਔਖਾ ਕੰਮ ਹੋ ਜਾਊਗਾ? ਜ਼ਿਆਦਾ ਨਹੀਂ। So you can try that. ਅੱਜ ਵਾਲਾ ਲਾਈਵ ਆਪਾਂ ਮੈਂ ਕਹਿੰਦੀ ਹਾਂ ਛੋਟਾ ਜਿਹਾ ਰੱਖਦੇ ਹੈਗੇ ਆ, ਤੇ ਹੁਣ ਲਾਈਵ ਨੂੰ ਜਲਦੀ ਕਰ ਦਿੰਦੇ ਓਵਰ। ਵੀਲ ਹੈਵ ਅਨਦਰ ਲਾਈਵ ਔਨ ਦ ਮੇਨ ਪ੍ਰੋਫਾਈਲ ਟੂ, ਤੇ ਥੋੜ੍ਹੀ ਜਿਹੀ ਗੱਲਬਾਤ ਉੱਧਰ ਵੀ ਕਰ ਲਈਏ। ਇੱਕ ਸਵੇਰੇ ਇੰਟਰਸਟਿੰਗ ਟੌਪਿਕ ਵੀ ਚੱਲ ਰਿਹਾ ਸੀ, ਥੋੜ੍ਹਾ ਉਸ ਟੌਪਿਕ ਦੇ ਉੱਪਰ ਵੀ ਗੱਲ ਕਰ ਲਈਏ। ਤੇ ਅੱਜ ਦੀ ਸੈਲਫ ਐਸਟੀਮ ਐਂਡ ਈਗੋ ਦੀ ਗੱਲਬਾਤ ਆਪਾਂ ਇੱਥੇ ਬੰਦ ਕਰਦੇ ਹਾਂ। ਤੇ ਅਗਰ ਤੁਹਾਨੂੰ ਸੈਲਫ ਅਵੇਅਰਨੈਸ ਦੇ ਵਿੱਚ, ਸੈਲਫ ਐਸਟੀਮ ਨੂੰ ਹੋਰ ਵਧੀਆ ਬਣਾਉਣ ਦੇ ਵਿੱਚ, ਸੈਲਫ ਕੌਨਫੀਡੈਂਸ ਆਪਣਾ ਬਹਾਲ ਕਰਨ ਦੇ ਵਿੱਚ ਅਗਰ ਹੈਲਪ ਚਾਹੀਦੀ ਹੈ, 21days2happiness.com ਜਾਂ 21days2happiness@gmail.com ਇਹ ਹੈ ਸਾਡਾ ਪਤਾ ਗੱਲਬਾਤ ਕਰਨ ਦੇ ਵਾਸਤੇ, ਆਪਣੇ ਆਪ ਨੂੰ, ਆਪਣੀ ਜ਼ਿੰਦਗੀ ਨੂੰ ਹੋਰ ਵਧੀਆ ਕਰਨ ਦੇ ਵਾਸਤੇ। ਤੇ ਮੈਂ ਤੁਹਾਡੀ ਹੋਸਟ ਹੈਪੀ ਢੀਂਡਸਾ। ਆਪਾਂ ਗੱਲਬਾਤ ਕਰਦੇ ਹਾਂ ਬਹੁਤ ਜਲਦੀ ਹੀ, ਰੀਲਸ ਦੇ ਰਾਹੀਂ, YouTube ਦੇ ਰਾਹੀਂ ਤੇ ਲਾਈਵਸ ਦੇ ਰਾਹੀਂ। ਸਤਿ ਸ਼੍ਰੀ ਅਕਾਲ। ਵਧੀਆ ਰਹੋ, ਖੁਸ਼ ਰਹੋ, ਵਧੀਆ ਡਿਸੀਜ਼ਨਸ ਕਰੋ। Once again, happy birthday, Harinder. Take care.